ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 20ਵੀਂ ਤੇ ਪਦ ਚੌਥਾ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਅਪਾਰ ਕਿਰਪਾ ਕਰਦੇ ਹਨ ਓਨਾ ਪ੍ਰਾਣੀ ਵਿਚਾਰ ਕਰਦਾ ਹੈ, ਓਨਾ ਬੋਲਦਾ ਹੈ ਅਤੇ ਓਨਾ ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਚੱਲਣ ਵਾਲਾ ਇਹ ਹੱਡ ਮਾਸ ਦਾ ਪੁਤਲਾ ਉਹਦੀ ਕਿਰਪਾ ਥੱਲੇ ਜੀਂਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਮੁਕਤੀ ਦਾ ਮਾਰਗ ਦਰਸਾਇਆ ਹੈ। ਇੱਕ ਇੱਕ ਸਵਾਸ ਬੁਡਮੁੱਲਾ ਬਣਾਉਣ ਦੇ ਲਈ ਵਿਧੀ ਸਮਝਾਈ ਹੈ। ਪ੍ਰਾਣੀ ਤੂੰ 24,000 ਸਵਾਸ ਜਿਹੜੇ ਦਿਨ ਰਾਤ ਦੇ ਵਿੱਚ ਲੈਂਦਾ ਹੈ, ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਤੈਨੂੰ ਮਿਲੇ ਹਨ। ਤੂੰ ਇਹਨਾਂ ਨੂੰ ਸਫਲ ਬਣਾ ਲੈ। ਹਰ ਸਵਾਸ ਦੇ ਉੱਤੇ ਪਰਮੇਸ਼ਰ ਦਾ ਨਾਂ ਉਕਰ ਲੈ। ਜਦੋਂ ਅੰਦਰ ਸਾਹ ਜਾਂਦਾ ਹੈ ਉਦੋਂ ਵੀ ਵਾਹਿਗੁਰੂ ਬੋਲ, ਜਦੋਂ ਬਾਹਰ ਨਿਕਲਦਾ ਹੈ ਉਦੋਂ ਵੀ ਵਾਹਿਗੁਰੂ ਬੋਲ। ਸਵਾਸ ਉਹਦੀ ਦਿੱਤੀ ਹੋਈ ਮਿਹਰਬਾਨੀ ਹੈ। ਤੇਰਾ ਸ਼ੁਕਰਾਨਾ ਕਰਨ ਦਾ ਕਰਤੱਵ ਬਣਦਾ ਹੈ। ਤੂੰ ਆਪਣੀ ਜ਼ਿੰਮੇਵਾਰੀ ਨਿਭਾ। ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ ਤਕਰੀਬਨ 1000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ ਜਿਨ੍ਹਾਂ ਦਾ ਨਾਮ ਸੱਚੇ ਪਾਤਸ਼ਾਹ ਨੇ ਪਦ ਰੱਖਿਆ ਹੈ। 8 ਪਦਾਂ ਵਾਲੀ ਅਸ਼ਟਪਦੀ। ਦੂਸਰੇ ਪਾਸੇ ਪ੍ਰਾਣੀ ਚੱਲਤ ਹੈ, ਚੱਲਣਹਾਰ ਹੈ। ਸਮਾਂ ਵੀ ਚੱਲਦਾ ਹੈ ਅਤੇ ਮੁੱਕਦਾ ਹੈ। ਪ੍ਰਾਣੀ ਵੀ ਚੱਲਦਾ ਹੈ ਅਤੇ ਮੁੱਕਦਾ ਹੈ। ਇੱਕ ਪਾਸੇ ਪ੍ਰਭੂ ਹੈ, ਦੂਜੇ ਪਾਸੇ ਪ੍ਰਾਣੀ ਹੈ। ਇੱਕ ਮੁੱਕਣ ਵਾਲਾ ਹੈ, ਇੱਕ ਨਾ ਮੁੱਕ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮੁੱਕਣ ਵਾਲੇ ਨੂੰ ਨਾ ਮੁੱਕ ਦੇ ਨਾਲ ਸੁਮੇਲ ਕਰਨ ਦਾ ਤਰੀਕਾ ਸਮਝਾਇਆ ਹੈ ਕਿ ਤੂੰ ਸਦਾ ਦੇ ਲਈ ਅਮਰ ਹੋ ਸਕਦਾ ਹੈ। ਜਿਉਂਦੇ ਜੀ ਆਪਣੇ ਸਰੀਰ ਵਿੱਚ ਰਹਿੰਦਾ ਹੋਇਆ ਇਹ ਮਹਾ ਆਨੰਦ ਮਾਣ ਸਕਦਾ ਹੈ। ਇਹ ਇਲਾਹੀ ਨਸ਼ਾ ਜਿਹੜਾ ਪ੍ਰਭੂ ਦਾ, ਇਹਨੂੰ ਤੂੰ ਹੰਢਾ ਸਕਦਾ ਹੈ। ਇਸ ਖਮਾਰੀ ਉੱਤੇ ਜੀ ਸਕਦਾ ਹੈ। ਇਹ ਉਹੀ ਖਮਾਰੀ ਹੈ ਜਿਹੜੀ ਪ੍ਰਭੂ ਆਪ ਮਹਿਸੂਸ ਕਰਦਾ ਹੈ। ਜਦੋਂ ਮਹਾਬਜਤ ਦੇ ਵਿੱਚ ਆਉਂਦਾ ਹੈ, ਪੂਰਾ ਪ੍ਰਸੰਨ ਹੁੰਦਾ ਹੈ। ਉਹੀ ਮਹਾਖਮਾਰੀ ਆਪਣੇ ਭਗਤਾਂ ਉੱਤੇ ਬਖਸ਼ਿਸ਼ ਕਰ ਦਿੰਦਾ ਹੈ। ਭਗਤ ਹੰਢਾਉਂਦੇ ਹਨ ਉਸ ਮਹਾਰਸ ਨੂੰ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਪ੍ਰਾਣੀ, ਸਭ ਤੋਂ ਵੱਡੀ ਤੇਰੀ ਸਮੱਸਿਆ ਤੇਰੀ ਮੈਂ ਹੈ, ਜਿਹੜੀ ਪ੍ਰਭੂ ਦੇ ਵਿਚਕਾਰ, ਤੇਰੇ ਤੇ ਪ੍ਰਭੂ ਦੇ ਵਿੱਚ
ਇੱਕ ਦੂਰੀ ਬਣਾਉਂਦੀ ਹੈ। ਤੂੰ ਆਪਣੀ ਮੈਂ ਨੂੰ ਮੁਕਾ ਦੇ, ਇਸ ਹਉਮੈ ਦੀ ਕੰਧ ਨੂੰ ਢਾ ਦੇ। ਫਿਰ ਸ਼ਾਖ ਸ਼ਾਖ ਅੱਗੇ ਖੜਾ ਤੈਨੂੰ ਮਿਲੇਗਾ ਤੇਰਾ ਸਿਰਜਣਹਾਰ, ਤੈਨੂੰ ਬਣਾਉਣ ਵਾਲਾ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਜਿਹੜਾ ਕਿ ਪ੍ਰਮੁੱਖ ਹੈ, ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਬਹੁਤ ਹੀ ਮਹਿਮਾ ਕੀਤੀ ਹੈ, ਉਹਦਾ ਪਿਆਰ ਵਾਲਾ ਗੀਤ ਗਾਇਆ ਹੈ। ਸੱਚੇ ਪਾਤਸ਼ਾਹ ਨੇ ਉਹਦੀ ਕਿਰਪਾ ਕਿਵੇਂ ਹੁੰਦੀ ਹੈ ਆਪਣੇ ਭਗਤਾਂ ਉੱਤੇ, ਉਹ ਸਮਝਾਇਆ ਹੈ। ਫਿਰ ਦੂਜੇ ਨੰਬਰ ਉੱਤੇ ਆਪਣੇ ਭਗਤ ਜਿਹੜੇ ਪਿਆਰੇ ਭਗਤ ਪਰਮੇਸ਼ਰ ਦੇ ਹਨ, ਉਹਨਾਂ ਉੱਤੇ ਕਿਵੇਂ ਨਿਹਾਲ ਹੁੰਦਾ ਹੈ, ਕਿਵੇਂ ਆਪਣਾ ਰੂਪ ਉਹਨਾਂ ਉੱਤੇ ਨਿਸ਼ਾਵਰ ਕਰ ਦਿੰਦਾ ਹੈ। ਇਹ ਭਲੀ ਭਾਂਤ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਉਹ ਜਨ, ਉਹ ਦਾਸ, ਉਹ ਸੇਵਕ ਸੰਤ ਮਹਾਂਪੁਰਸ਼ ਅਕਾਲ ਦਾ ਰੂਪ ਬਣ ਜਾਂਦੇ ਹਨ। ਅਕਾਲ ਹੀ ਉਹਨਾਂ ਨੂੰ ਆਪਣੀ ਗਲਵੱਕੜੀ ਦੇ ਵਿੱਚ ਲੈ ਲੈਂਦਾ ਹੈ ਤੇ ਉਹਨਾਂ ਨੂੰ ਵੀ ਅਕਾਲ ਦਾ ਰੂਪ ਦੇ ਦਿੰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਮਨਮੁੱਖਾਂ ਦੀ ਗੱਲ ਵੀ ਕੀਤੀ ਹੈ ਜਿਹੜੇ ਸਾਰਾ ਜੀਵਨ ਚੁਗਲੀ ਨਿੰਦਿਆ ਉੱਤੇ ਲਗਾ ਦਿੰਦੇ ਹਨ, ਵਿਚਾਰਿਆਂ ਨੂੰ, ਸੇਵਕਾਂ ਨੂੰ ਨਿੰਦਣ ਉੱਤੇ, ਉਹਨਾਂ ਨੂੰ ਜਲੀਲ ਕਰਦੇ ਹਨ, ਪਰਾਂ ਦੇ ਵਿੱਚ ਨੀਵੇਂ ਦਿਖਾਉਂਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾ ਉਧਰ ਦੇ, ਨਾ ਉਧਰ, ਨਾ ਇੱਧਰ ਦੇ, ਨਾ ਉਧਰ ਦੇ ਕਹਿ ਕੇ ਉਹਨਾਂ ਦੀ ਢੁਕਵੀਂ ਜਗ੍ਹਾ ਦਿਖਾਈ ਹੈ। ਉਹ ਕਿੰਨੇ ਪਾਪ ਕਰਦੇ ਹਨ, ਕਿੰਨੇ ਗੁਨਾਹ ਕਰਦੇ ਹਨ, ਕਰੀ ਹੀ ਜਾਂਦੇ ਹਨ, ਪਰਮੇਸ਼ਰ ਤੋਂ ਬੇਮੁਖ ਹੋਈ ਹੀ ਜਾਂਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੰਤ ਕੇ ਦੋਖੀ, ਸੰਤ ਕੇ ਨਿੰਦਕ, ਚੋਰ, ਹਰਾਮਖੋਰ, ਕੂੜਿਆਰ ਕਹਿ ਕੇ ਉਹਨਾਂ ਨੂੰ ਦੱਸਿਆ ਹੈ ਕਿ ਤੁਸੀਂ ਮਨਮੁਖ ਹੋ, ਆਪਣੀ ਮਰਜ਼ੀ ਦੇ ਮਗਰ ਲੱਗੇ ਹੋਏ ਹੋ। ਪਰ ਇੱਕ ਗੱਲ ਯਾਦ ਰੱਖ ਲਵੋ, ਜੇ ਪਰਮੇਸ਼ਰ ਦਾ ਪਿਆਰਾ ਚਾਹੇ ਤੁਹਾਨੂੰ ਇਸ ਨਰਕ ਕੁੰਡ ਚੋਂ ਕੱਢ ਸਕਦਾ ਹੈ। ਉਹਦੀ ਬਖਸ਼ਿਸ਼ ਨਾਲ ਤੁਸੀਂ ਮੁੜ ਕੇ ਸ਼ੁੱਧ ਅਵਸਥਾ ਦੇ ਵਿੱਚ ਜਾ ਸਕਦੇ ਹੋ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸੋ ਕਿਉਂ ਬਿਸਰੇ ਜੋ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੋ ਕੀਆ ਜਾਣੈ। ਜਿਹੜਾ ਦੁਨੀਆ ਦੇ ਵਿੱਚ ਇੱਕ ਦੂਸਰੇ ਦਾ ਕੋਈ ਕੰਮ ਕਰਦਾ ਹੈ ਤੇ ਕਰਵਾ ਕੇ
ਦੂਸਰਾ ਮੁੱਕਰ ਜਾਂਦਾ ਹੈ। ਉਹਨੂੰ ਕਿਰਤ ਘਣ ਕਿਹਾ ਜਾਂਦਾ ਹੈ ਕਿ ਉਹ ਕੱਚਾ ਪਿੱਲਾ ਹੈ, ਸਵਾਰਥੀ ਹੈ, ਲਾਲਚੀ ਹੈ, ਉਹਦਾ ਕੋਈ ਯਕੀਨ ਨਹੀਂ ਕਰਦਾ। ਉਹਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਿੰਨੇ ਮਿੱਤਰ ਬਣੇ, ਕਿੰਨਿਆਂ ਨੂੰ ਛੱਡ ਲਿਆ। ਬਿਲਕੁਲ ਸੱਜਣ ਦੀ ਸਰਾਂ ਵਾਂਗੂ ਹਰ ਰੋਜ਼ ਹੀ ਕਿਸੇ ਦੇ ਕੱਪੜੇ ਲਾਹ ਲਏ, ਲੁੱਟ ਲਿਆ, ਫਿਰ ਮਾਰ ਦਿੱਤਾ। ਇਸ ਤਰ੍ਹਾਂ ਦੇ ਨਾਸ਼ੁਕਰੇ ਆ ਜਿਹੜੇ, ਉਹਨਾਂ ਦਾ ਕੋਈ ਇਤਬਾਰ ਨਹੀਂ ਕਰਦਾ। ਦੁਨੀਆ ਨੇੜੇ ਨਹੀਂ ਜਾਂਦੀ, ਫਿਰ ਇਕੱਲੇ ਰਹਿ ਜਾਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਪ੍ਰਾਣੀ। ਪ੍ਰਭੂ ਇੱਕ ਵੱਖਰੀ ਮਜਾਜ ਦਾ ਪਿਆਰਾ ਦੁਲਾਰਾ, ਦਿਲਾਂ ਦਾ ਮਹਿਰਮ ਹੈ। ਉਹ ਕਦੇ ਵੀ ਸੇਵਾ ਨੂੰ ਅਜਾਈ ਨਹੀਂ ਜਾਣ ਦਿੰਦਾ। ਜਿਹਨੇ ਇੱਕ ਕਦਮ ਉਹਦੇ ਵੱਲ ਪੁੱਟ ਲਿਆ, ਉਹ 9 ਕਦਮ ਪੁੱਟ ਕੇ ਉਹਦੇ ਵੱਲ ਆ ਗਿਆ। ਫਿਰ ਪਿਆਰ ਨਾਲ ਗਲਵੱਖੜੀ ਪਾ ਕੇ ਹਮੇਸ਼ਾ ਲਈ ਉਹਦਾ ਬਣ ਗਿਆ। ਕਿਵੇਂ ਭੁਲਾਇਆ ਜਾ ਸਕਦਾ ਹੈ ਉਹਨੂੰ ਜਿਹੜਾ ਇੰਨੇ ਗੁਣਾਂ ਵਾਲਾ ਹੈ। ਦੁਨਿਆਵੀ ਕਿਰਤ ਘਣ ਦੀ ਤਰ੍ਹਾਂ ਨਹੀਂ, ਉਹ ਇੱਕ ਵਾਰ ਬਣ ਗਿਆ ਰੱਖਿਅਕ, ਮੁੜ ਕੇ ਜ਼ਿੰਮੇਵਾਰੀ ਉਹਦੀ ਬਣ ਜਾਂਦੀ ਹੈ। ਫਿਰ ਉਹ ਸਾਰੇ ਦਾ ਸਾਰਾ ਕੁਝ ਦਿੰਦਾ ਹੈ। ਉਹਦਾ ਜਿਹੜਾ ਵੇਅਰ ਹਾਊਸ ਹੈ, ਉਹਦੇ ਵਿੱਚ ਹਰ ਕਿਸੇ ਕਿਸਮ ਦੀ ਸੱਚਾਈ ਮਿਲਦੀ ਹੈ, ਉਹ ਵੀ ਫ੍ਰੀ, ਮੁਫਤ, ਤੇ ਨਾਲ ਹੱਲਾਸ਼ੇਰੀ ਵੱਖਰੀ। ਫਿਰ ਇਲਾਹੀ ਖੁਸ਼ੀ। ਫਿਰ ਕਿਵੇਂ ਕੋਈ ਉਹਨੂੰ ਭੁੱਲ ਸਕਦਾ ਹੈ। ਸੋ ਕਿਉਂ ਬਿਸਰੇ ਜੋ ਕੀਆ ਜਾਣੈ, ਜਿਹੜਾ ਕੀਤੇ ਦਾ ਮੁੱਲ ਦਿੰਦਾ ਹੈ, ਕੋਈ ਗੁਣਾ ਜ਼ਿਆਦਾ। ਦੁਨੀਆ ਦੇ ਵਿੱਚ ਤਾਂ ਕੀਏ ਦਾ ਕੀਆ ਨਹੀਂ ਮੋੜਦੇ। ਕੰਮ ਕਰਾ ਕੇ, ਸੇਵਾ ਕਰਾ ਕੇ ਛੜੀਏ ਲੋਕ ਦੌੜ ਜਾਂਦੇ ਹਨ, ਮੂੰਹ ਛਪਾ ਲੈਂਦੇ ਹਨ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮਰ ਮੁੱਕ ਜਾਂਦੇ ਹਨ। ਉਹਨਾਂ ਦਾ ਕੀ ਇਤਬਾਰ ਹੈ ਜਿਹੜੇ ਕਹਿ ਕੇ ਮੁੱਕਰ ਗਏ। ਪ੍ਰਭੂ ਭਿੰਨ ਹੈ, ਮਹਾਨ ਹੈ, ਯਾਦ ਰੱਖਦਾ ਹੈ ਕਿ ਇਹਨੇ ਮੇਰਾ ਸ਼ੁਕਰਾਨਾ ਕੀਤਾ ਹੈ, ਇਹ ਭਲਾ ਹੈ, ਇਹਨੂੰ ਭਲਾਈ ਮਿਲਣੀ ਚਾਹੀਦੀ ਹੈ। ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੋ ਜੀਵਨ ਜੀਆ। ਸਾਰਾ ਕੁਝ ਦੇਣ ਵਾਲਾ, ਭਰਨ ਵਾਲਾ ਕਿਵੇਂ ਭੁਲਾਇਆ ਜਾ ਸਕਦਾ ਹੈ। ਕੁਝ ਵੀ ਨਹੀਂ ਸੀ ਪ੍ਰਾਣੀ ਤੇਰਾ, ਸਰੀਰ ਵੀ ਉਹਨੇ ਦਿੱਤਾ, ਆਤਮਾ, ਫਿਰ ਸਾਂਭਣ ਵਾਲੇ, ਪਾਲਣ ਵਾਲੇ, ਤੈਨੂੰ ਤੁਰਨਾ ਸਿਖਾਉਣ ਵਾਲੇ, ਸਾਰੇ ਹੀ ਉਹਦੇ ਸੀ।
ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਤੂੰ ਆਪਣੇ ਮੰਨਣ ਲੱਗ ਪਿਆ। ਫਿਰ ਉਹ ਇੱਕ એનર્ਜੀ, ਇੱਕ ਜੀਵਨ, ਆ 24,000 ਸਵਾਸਾਂ ਵਾਲੀ ਕਿਰਿਆ, ਇੱਕ ਸਵਾਸ ਦੂਸਰੇ ਨੂੰ ਪੁੱਛਦਾ ਨਹੀਂ ਕਿ ਮੈਂ ਤੇਰੇ ਪਿੱਛੇ ਆ ਰਿਹਾ, ਨਾ ਹੀ ਪ੍ਰਾਣੀ ਤੇਰੇ ਦਿਮਾਗ ਦੀ ਸਲਾਹ ਲੈਂਦਾ ਹੈ। ਇਹ ਜਿਹੜਾ ਆਟੋ ਸਿਸਟਮ ਤੇਰੀ ਬੋਡੀ ਦੇ ਵਿੱਚ ਟਿਕਾਇਆ ਹੈ, ਇਹ ਉਹਦੀ ਕਰਾਮਾਤ ਹੈ, ਉਹਦੀ ਜੁਗਤ ਹੈ। ਜੀਵਨ ਜੀਆ ਕਿਰਿਆ ਪ੍ਰਾਣੀ ਤੈਨੂੰ ਸਾਹ ਆਉਣ ਦੀ, ਤੇਰੇ ਅੰਦਰ ਖੂਨ ਬਣਨ ਦੀ, ਸਾਰੀਆਂ ਨਾੜਾਂ ਦੇ ਵਿੱਚ ਖੂਨ ਘੁੰਮਦਾ ਰਹਿੰਦਾ ਹੈ, ਤੇਰੇ ਵਿੱਚ એનર્ਜੀ ਪੈਦਾ ਹੁੰਦੀ ਹੈ। ਇਹ ਸਾਰੀ ਦੀ ਸਾਰੀ ਕਿਰਿਆ, ਜਿਹੜਾ ਤੂੰ ਕੁਝ ਖਾਂਦਾ ਹੈ ਉਹ ਤੈਨੂੰ ਜੀਵਨ ਬਖਸ਼ਦਾ ਹੈ, ਤੇਰੇ ਅੰਦਰ ਜਾ ਕੇ ਤੇਰਾ ਭਲਾ ਕਰਦਾ ਹੈ। ਪਰ ਨਾਲ ਹੀ ਜਦੋਂ ਤੂੰ ਮੂੰਹ ਦੇ ਵਿੱਚੋਂ ਲਗਾਉਂਦਾ ਹੈ ਤਾਂ ਆਪਣੀ ਜੀਭ ਰਾਹੀਂ, ਆਪਣੀ ਰਸਨਾ ਰਾਹੀਂ ਉਹਦਾ ਸਵਾਦ ਵੀ ਮਾਣਦਾ ਹੈ। ਦੂਰਾ ਦੂਰਾ ਸੁੱਖ ਤੈਨੂੰ ਦਾਤੇ ਨੇ ਦਿੱਤਾ ਹੈ। ਖਾਣ ਵੇਲੇ ਵੀ, ਪਚਾਣ ਵੇਲੇ ਵੀ ਵੱਖਰੀ ਵੱਖਰੀ ਕਿਰਿਆ ਤੈਨੂੰ ਚੰਗੀ ਲੱਗਦੀ ਹੈ। ਤੇਰਾ ਭਲਾ ਹੈ, ਤੇਰਾ ਲਾਭ ਹੈ ਕਿ ਜਿਹੜਾ ਪਰਦੇ ਦੇ ਪਿੱਛੇ ਬੈਠਾ ਤੇਰੀ ਲੱਜਾ ਰੱਖ ਰਿਹਾ ਹੈ, ਉਹਨੂੰ ਭੁੱਲੇ ਨਾ, ਉਹਨੂੰ ਵਿਸਾਰੇ ਨਾ। ਸਾਰਾ ਕੁਝ ਹੀ ਉਹ ਦੇ ਰਿਹਾ ਹੈ, ਜੀਵਨ ਵੀ ਉਹਦੀ ਦੇਣ ਹੈ। ਸੋ ਕਿਉਂ ਬਿਸਰੈ ਜੋ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਮਾਤਾ ਦੇ ਗਰਭ ਦੇ ਵਿੱਚ ਜਦੋਂ ਤੇਰਾ ਆਧਾਰ ਬਣਿਆ, ਪ੍ਰਾਣੀ ਬਹੁਤ ਸਾਰੀ ਗੈਦਰਿੰਗ ਉੱਥੇ ਹੋਈ, ਬੜੇ ਸਾਰੇ ਐਪਲੀਕੈਂਟ ਉੱਥੇ ਆਏ ਅਰਜ਼ੀਆਂ ਦੇਣ ਦੇ ਲਈ, ਜਿਵੇਂ ਦੁਨਿਆਵੀ ਨੌਕਰੀ ਦੇ ਲਈ ਅਪਲਾਈ ਕਰਨ ਆਉਂਦੇ ਨੇ। ਇਸੇ ਤਰ੍ਹਾਂ ਬੜੀ ਭੀੜ ਲੱਗੀ ਜਿਸ ਦਿਨ ਤੇਰਾ ਆਕਾਰ ਬਣਿਆ। ਪਰ ਪ੍ਰਭੂ ਉਸ ਵੇਲੇ ਸਿਲੈਕਸ਼ਨ ਕਰਦਾ ਸੀ, ਤੈਨੂੰ ਇਕੱਲੇ ਨੂੰ ਹੀ ਰੱਖਿਆ, ਬਾਕੀ ਨਿਰਾਸ਼ ਹੋ ਗਏ। ਤੇਰਾ ਜੀ ਆਕਾਰ ਬਣ ਗਿਆ, ਫਿਰ ਵਧਿਆ। 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ, ਮਹਾ ਗਰਮੀ ਦੇ ਵਿੱਚ, ਤਪਸ਼ ਦੇ ਵਿੱਚ ਤੇਰਾ ਸਰੀਰ ਪਲਿਆ। ਸੂਖਮ ਤੋਂ ਤੂੰ ਸਰੀਰ ਵਾਲਾ ਬਣ ਗਿਆ। ਤੈਨੂੰ ਕੁਝ ਵੀ ਪਤਾ ਨਹੀਂ ਸੀ ਜਦ ਤੂੰ ਸੂਖਮ ਸੀ, ਨਾ ਸੁੱਧ ਨਾ ਬੁੱਧ। ਤੇਰੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਪ੍ਰਭੂ ਦੇ ਆਪ ਸੀ, ਉਹਦੇ ਸਿਰ ਉੱਤੇ ਸੀ। ਤੈਨੂੰ 9 ਮਹੀਨੇ ਅਗਨ ਦੀ ਭੱਠੀ ਦੇ ਵਿੱਚ ਉਹਨੇ ਪਾਲਿਆ, ਅਗਨ ਦੇ ਵਿੱਚ ਰੱਖਿਆ। ਪਰ ਇਹਨੂੰ ਕੋਈ ਬਿਰਲਾ ਬਿਰਲਾ ਦੇਖਦਾ ਹੈ। ਗੁਰੂ ਦੀ ਕਿਰਪਾ ਨੂੰ ਕੋਈ ਬਿਰਲਾ ਬਿਰਲਾ ਜਾਣਦਾ ਹੈ, ਬਿਰਲਾ ਬਿਰਲਾ ਸਮਝਦਾ ਹੈ। ਬਾਕੀ ਥੈਂਕਲੈਸ ਭੁੱਲ ਜਾਂਦੇ ਹਨ। ਤੂੰ ਉਹਨਾਂ ਬਿਰਲਿਆਂ ਬਿਰਲਿਆਂ ਦੇ ਵਿੱਚੋਂ ਪ੍ਰਾਪਤੀ ਕਰ ਲੈ।
ਉਹ ਬਿਰਲਾ ਬਣ ਜਾ ਜਿਹੜਾ ਪ੍ਰਭੂ ਨੂੰ ਭਾਉਂਦਾ ਹੈ। ਸੋ ਕਿਉਂ ਬਿਸਰੈ ਜੋ ਬਿਖ ਤੇ ਕਾਂਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ। ਬਿਖ ਜ਼ਹਿਰ ਮਾਇਆ ਦੀ ਫੈਲਾਈ ਹੋਈ। ਮਾਇਆ ਪ੍ਰਭੂ ਨੇ ਆਪਣੀ ਨੌਕਰੀ ਚਾਕਰੀ ਤੇ ਰੱਖੀ ਹੋਈ ਹੈ। ਉਹਦਾ ਪ੍ਰਮੁੱਖ ਕੰਮ ਦੁਨੀਆ ਨੂੰ ਆਹਾਰ ਚਲਾਉਣਾ ਹੈ, ਤਾਂ ਕਿ ਵਿਰਾਗ ਪੈਦਾ ਨਾ ਹੋ ਜਾਵੇ। ਦੁਨੀਆ ਦਾ ਮਨੋਰੰਜਨ ਕਰਨਾ ਹੈ, ਦੁਨੀਆ ਨੂੰ ਹੱਸਦੀ ਰੱਖਣਾ ਹੈ। ਆਪਣੀ ਆਪਣੀ ਤ੍ਰਿਸ਼ਨਾ ਦੇ ਵਿੱਚ ਹਰ ਕੋਈ ਆਪਣਾ ਕੰਮ ਕਰਦਾ ਰਹੇ, ਉਧਰੇ ਨਾ। ਇਹ ਮਾਇਆ ਦਾ ਕਰਤੱਵਿਆ ਹੈ। ਪਰ ਮਾਇਆ ਛਲ ਕਪਟ ਵਾਲੀ ਹੋਣ ਕਰਕੇ ਕਈ ਵਾਰ ਆਪਣੀਆਂ ਸੀਮਾਵਾਂ ਪਾਰ ਕਰ ਜਾਂਦੀ ਹੈ। ਪ੍ਰਾਣੀ ਨੂੰ ਬਿਲਕੁਲ ਅੰਧਾ ਕਰ ਦਿੰਦੀ ਹੈ। ਆਪਣੇ ਰੰਗਾਂ ਦੇ ਵਿੱਚ ਰੰਗ ਕੇ ਵਾਹਿਗੁਰੂ ਤੋਂ ਦੂਰ ਲੈ ਜਾਂਦੀ ਹੈ। ਦਰਅਸਲ ਵਾਹਿਗੁਰੂ ਦੀ ਦਾਸੀ ਸੇਵਕ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਜਾਂਦੀ ਹੈ। ਫਿਰ ਪ੍ਰਾਣੀਆਂ ਨੂੰ ਪਾੜ ਲੈਂਦੀ ਹੈ ਉਹਦੇ ਕੋਲੋਂ, ਜਿਹਨੇ ਬਣਾਏ ਹਨ, ਸਾਜੇ ਹਨ, ਸਵਾਰੇ ਹਨ। ਪਤਾ ਵੀ ਨਹੀਂ ਚੱਲਦਾ ਪ੍ਰਾਣੀਆਂ ਨੂੰ ਕਿ ਅਸੀਂ ਮਾਇਆ ਦੀ ਕੈਦ ਵਿੱਚ ਹਾਂ। ਅਸੀਂ ਗੁਲਾਮ ਹੋ ਗਏ, ਸੰਗਲਾਂ ਦੇ ਵਿੱਚ ਨੂੜੇ ਗਏ, ਬੰਨੇ ਗਏ। ਬਿਲਕੁਲ ਨਹੀਂ ਪਤਾ ਲੱਗਦਾ। ਜਦੋਂ ਲੇਟ ਹੋ ਕੇ ਸ਼ਾਂਤੀ ਨਹੀਂ ਮਿਲਦੀ, ਫਿਰ ਸੋਚਦੇ ਹਨ ਕਿ ਸਾਡਾ ਇਹ ਘਰ ਨਹੀਂ ਮਾਇਆ ਵਾਲਾ। ਦੂਸਰਾ ਪਾਸਾ ਹੈ, ਮਾਇਆ ਮਾਲਕ ਨਹੀਂ ਹੈ, ਦਾਸੀ ਹੈ। ਪ੍ਰਭੂ ਦੀ ਦਾਸੀ ਸੇਵਕ ਭਗਤਾਂ ਦੀ ਵੀ ਦਾਸੀ ਹੈ। ਕਿਸੇ ਕਿਸੇ ਉੱਤੇ ਕਿਰਪਾ ਹੋ ਜਾਂਦੀ ਹੈ, ਜਿਹੜਾ ਇਸ ਜ਼ਹਿਰ ਚੋਂ ਨਿਕਲ ਜਾਂਦਾ ਹੈ, ਬਿਖ ਤੋਂ ਬਾਹਰ ਚਲੇ ਜਾਂਦਾ ਹੈ। ਪਰ ਉਹਦੀ ਮਿਹਰ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ ਛਲਾਂਗ ਲਾ ਕੇ ਮਾਇਆ ਤੋਂ ਬਚ ਜਾਂਦਾ ਹੈ। ਜਿਹੜੇ ਪਾਪਾਂ ਲਈ ਉਹ ਪ੍ਰੇਰਦੀ ਰਹਿੰਦੀ ਹੈ, ਉਹਦੇ ਵਿੱਚੋਂ ਵੀ ਬਰੀ ਹੋ ਜਾਂਦਾ ਹੈ। ਜਨਮ ਜਨਮ ਕਾ ਟੂਟਾ ਗਾਂਢੇ। ਪ੍ਰਭੂ ਬਖਸ਼ੰਦ ਹੈ, ਕਿਰਪਾਲੂ ਹੈ, ਦਿਆਲੂ ਹੈ। ਉਹ ਫਿਰ ਵੀ ਭੁੱਲ ਜਾਂਦਾ ਹੈ ਕਿ ਤੂੰ ਲੇਟ ਆਇਆ ਹੈ, ਦੇਰ ਲਾਈ ਹੈ, ਪਰ ਫਿਰ ਵੀ ਤੂੰ ਮੇਰਾ ਹੈ। ਮੈਂ ਤੈਨੂੰ ਪਰੇ ਨਹੀਂ ਜਾਣ ਦੇਵਾਂਗਾ, ਆਪਣੇ ਨਾਲ ਲਗਾ ਲਵਾਂਗਾ, ਆਪਣਾ ਬਣਾ ਲਵਾਂਗਾ। ਉਹਨੂੰ ਕਿਉਂ ਭੁੱਲੀਏ ਜਿਹੜਾ ਫਿਰ ਵੀ ਪਿਆਰ ਕਰਦਾ ਹੈ, ਮਾਇਆ ਦੀ ਜ਼ਹਿਰ ਤੋਂ ਬਾਹਰ ਲੈ ਜਾਂਦਾ ਹੈ। ਫਿਰ ਜਨਮ ਮਰਨ ਦਾ ਬੰਧਨ ਟੁੱਟ ਜਾਂਦਾ ਹੈ। ਜਿਹੜੀ ਪ੍ਰਭੂ ਦੇ ਨਾਲ ਪ੍ਰਾਣੀ ਨੇ ਮਨ ਮੁਕਤਾ ਕੀਤੀ ਹੈ, ਉਹ ਟੁੱਟ ਜਾਂਦੀ ਹੈ, ਟੁੱਟੀ ਕੱਢੀ ਜਾਂਦੀ ਹੈ।
ਪ੍ਰਭੂ ਤੇ ਪਿਆਰਾ ਇੱਕ ਹੋ ਜਾਂਦੇ ਹਨ। ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਪਰਫੈਕਟ ਗੁਰੂ ਨੇ ਆਪ ਇਹ ਅਸਲੀਅਤ ਸਮਝਾ ਦਿੱਤੀ ਹੈ, ਦਰਸਾ ਦਿੱਤੀ ਹੈ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਨਫਰ ਨਾਨਕ ਨੇ, ਗੁਲਾਮ ਨਾਨਕ ਨੇ ਆਪਣੇ ਸਾਹਿਬ ਦਾ ਸਿਮਰਨ ਕਰ ਲਿਆ, ਆਪਣੇ ਸਾਹਿਬ ਦੀ ਆਰਾਧਨਾ ਕਰ ਲਈ, ਉਹਦਾ ਬਣ ਗਿਆ, ਉਹਦਾ ਪਿਆਰਾ ਬਣ ਗਿਆ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੋ ਕਿਉਂ ਬਿਸਰੈ ਜੋ ਘਾਲ ਨਾ ਭਾਨੇ, ਸੋ ਕਿਉਂ ਬਿਸਰੇ ਜੋ ਕੀਆ ਜਾਣੇ। Why forget him who disregards not mortal service, always blessing, kindness, humbleness, politeness, gives back, never have any anger, always accept back. How we can forget him? He is merciful. So क्यों बिसरे जो किया जाने। Why forget him who acknowledges what is done for him? Always acknowledge the seva, always acknowledge the meditation, service to the others. How we can forget him and why? सो क्यों बिसरै जिन सब किश दिया। Everything belonged to him. Human had nothing. Everything human get here, get with his blessing. Everything, relations, family, material, money, home, generation, body, soul, everything, whatever human claim, belong to human. In reality, that came from him. सो को बिसरे जो जीवन जिया। Energy, body always live on energy. And energy is created by the food person eat. And food is given by God. Blessing from God. And this is guarantee for everyone who is living on this planet. Blank guarantee signed by God. No problem for food. I guarantee your food for all your life. That is certificate everybody carrying. So why forget him? Why forget him? So kind, so merciful, so helpful, giver of everything, including life. Why forget him? And he is the real life of every human being.
सो क्यों बिसरे जो अगन में राखे. Why forget him who kept alive during the pregnancy? Very hot, humid environment, and nobody helped the tiny being. God always stood prevail in the system to nurse him and then birth him. That is a miracle that he helped in mom's mom. गुर प्रसाद को बिरला लाखे. Some few rare only see him with his blessing, with his kindness. सो क्यों बिसरे जो बिखते कांडे. Maya spread poison. Always Maya creates pollution of greed, smoke of greed. Always create, make the atmosphere toxic, poison all over. And God is the one Savior. God takes you out from all that smog, pollution, poison. सो क्यों बिसरे जे बिखते कांडे. जन्म जन्म का टूटा गांडे. Nobody knows how much time the separation happened between God and human. Nobody knows how much time gone. But it is the miracle. It is amazing how God connected being again with him. It was broken long time ago. गुरपूरे तत् इहा बुझाया. प्रभ अपना नानक जन ध्याया. Perfect Guru taught me the reality. Definitely truth. Perfect truth. And my Guru told me that is the only truth. I understood now. And Nanak has meditated on his Lord with his grace. He blessed Nanak. Guru ਪਿਆਰਿਓ, ਸੰਖੇਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਪਦ ਦੇ ਵਿੱਚ ਸਮਝਾਇਆ ਹੈ ਕਿ ਦੁਨੀਆ ਦੀ ਤਰ੍ਹਾਂ ਨਾ ਸੋਚ. ਦੁਨੀਆ ਕਰਾ ਕੇ ਭੁੱਲ ਜਾਂਦੀ ਹੈ. ਪ੍ਰਭੂ ਹੈ, ਉਹ ਹਮੇਸ਼ਾ ਯਾਦ ਰੱਖਦਾ ਹੈ. ਉਹਦਾ ਸਾਰਾ ਕੁਝ ਦਿੱਤਾ ਹੋਇਆ ਹੈ. ਸਿਰਫ ਤੇ ਸਿਰਫ ਅਕਨੌਲੇਜਮੈਂਟ ਦੀ ਲੋੜ ਹੈ. ਤੂੰ ਵੀ ਜਾਣਦਾ ਹੈ ਪ੍ਰਾਣੀ ਕਿ ਆਇਆ ਸਾਰਾ ਕੁਝ ਕਿੱਥੋਂ ਹੈ. ਉਹਦਾ ਦਿੱਤਾ ਹੋਇਆ ਉਹਦੇ ਕੋਲੋਂ ਆਇਆ ਹੈ. ਤੂੰ ਆਪਣੀ ਮੋਹਰ ਲਗਾ ਦਿੱਤੀ ਕਿ ਮੇਰਾ. That's all you need to do. Come back. Remember him. You cannot forget him.
ਹੀ ਡੋਂਟ ਡਿਜ਼ਰਵ ਇਟ। ਸਾਰਾ ਕੁਝ ਤੈਨੂੰ ਦੇਣ ਵਾਲਾ, ਪਾਲਣ ਵਾਲਾ, ਬਣਾਉਣ ਵਾਲਾ, ਚਲਾਉਣ ਵਾਲਾ ਹੁਣ ਤੈਨੂੰ ਉਹ ਮੱਤ ਦੇ ਰਿਹਾ ਹੈ ਕਿ ਅਗਲਾ ਜਨਮ ਕਿਵੇਂ ਸੌਖਾ ਬਣਾਉਣਾ ਹੈ, ਇਹ ਜਨਮ ਮਰਨ ਦੇ ਬੰਧਨ ਚੋਂ ਕਿਵੇਂ ਨਿਕਲਣਾ ਹੈ। ਜੀਵਨ ਤੇਰਾ ਤੂੰ ਨਹੀਂ ਜੀ ਰਿਹਾ, ਸਵਾਸ ਉਹ ਦੇ ਰਿਹਾ ਹੈ। ਬਸ ਤੂੰ ਆਪਣੀ ਹਾਰ ਮੰਨ ਲੈ, ਸੁਰੈਂਡਰ ਕਰ ਦੇ, ਗਿਵ ਅਪ। ਜਦੋਂ ਤੂੰ ਗਿਵ ਅਪ ਕਰ ਦਿੱਤਾ ਫਿਰ ਤੇਰੀ ਮਲਕੀਅਤ ਕੀ ਰਹਿ ਗਈ, ਤੇਰੇ ਅਧਿਕਾਰ ਕਿਹੜੇ ਰਹਿ ਗਏ। ਉਹਦੇ ਅਧਿਕਾਰ ਬਣ ਗਏ। ਹੁਣ ਉਹਦੀ ਜ਼ਿੰਮੇਵਾਰੀ ਹੈ ਤੈਨੂੰ ਚਲਾਉਣ ਦੀ। ਪ੍ਰਭੂ ਕਦੇ ਵੀ ਉਲਟੇ ਪਾਸੇ ਨਹੀਂ ਚਲਾਉਂਦਾ। ਇਹ ਮਾਇਆ ਹੀ ਹੈ ਜਿਹੜੀ ਸਿਰਫ ਉਲਟੇ ਪਾਸੇ ਹੀ ਚਲਾਉਂਦੀ ਹੈ। ਪ੍ਰਭੂ ਤੈਨੂੰ ਬਿਲਕੁਲ ਸਿੱਧੇ ਪਾਸੇ ਸੇਵਾ ਦੇ ਵਿੱਚ ਲਾਵੇਗਾ, ਜਿੱਥੋਂ ਤੇਰਾ ਜਨਮ ਮਰਨ ਕੱਟਿਆ ਜਾਵੇ। ਕਿਉਂ ਨਹੀਂ ਕਰੇਗਾ? ਜਦ ਤੇਰੇ ਨਾਲ ਉਹਦਾ ਪਿਆਰ ਪੈ ਗਿਆ, ਮਾਤਾ ਦੇ ਗਰਭ ਦੇ ਵਿੱਚੋਂ ਉਹਨੇ ਤੈਨੂੰ ਬਚਾ ਲਿਆ, ਹੁਣ ਤੂੰ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ, ਉਹਦਾ ਸ਼ੁਕਰਾਨਾ ਕਰਦਾ ਹੈ, ਸਵੇਰੇ ਸ਼ਾਮ ਉਹਦੇ ਗੀਤ ਗਾਉਂਦਾ ਹੈ। ਹੁਣ ਪ੍ਰਭੂ ਤੈਨੂੰ ਕਿਵੇਂ ਵਿਸਾਰ ਦੂ? ਹੁਣ ਤਾਂ ਤੂੰ ਉਹਨਾਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋ ਗਿਆ ਜਿਹੜੇ ਦਇਆਵਾਨ ਲੋਕ ਹਨ, ਪ੍ਰਭੂ ਦੇ ਪਿਆਰੇ ਹਨ, ਭਗਤ ਹਨ, ਜਨ ਹਨ, ਦਰਵੇਸ਼ ਹਨ। ਉਹਨਾਂ ਨੇ ਉਹਦੀ ਕਿਰਪਾ ਤੇ ਫੁੱਲ ਚੜਾਏ, ਕਦੇ ਕਿੰਤੂ ਪਰੰਤੂ ਕੀਤਾ ਹੀ ਨਹੀਂ, ਅੱਖ ਵੀ ਨਹੀਂ ਚੁੱਕੀ ਉਹਦੇ ਸਾਹਮਣੇ। ਉਹਦਾ ਹੁਕਮ ਸਿਰ ਨਿਭਾ ਕੇ ਮੰਨਿਆ ਹੈ ਤੇ ਅੱਜ ਉਹ ਠਾਠ ਨਾਲ ਸਿਰ ਉੱਚਾ ਕਰਕੇ ਉਹਦੀ ਦਰਗਾਹ ਦੇ ਵਿੱਚ ਬੈਠੇ ਹਨ, ਹਮੇਸ਼ਾ ਉਹਦੇ ਦਰਸ਼ਨ ਦੇ ਪਿਆਸੇ, ਉਹਦੇ ਗੀਤ ਗਾ ਰਹੇ ਹਨ, ਪ੍ਰਸੰਨ ਹਨ, ਅਤੀ ਪ੍ਰਸੰਨ, ਚਾਵਾਂ ਦੇ ਨਾਲ ਭਰੇ ਪਏ ਹਨ, ਕਿਉਂਕਿ ਉਹਨੇ ਕਿਰਪਾ ਨਾਲ ਮਾਇਆ ਦੀ ਜ਼ਹਿਰ ਦਾ ਅਸਰ ਨਹੀਂ ਹੋਣ ਦਿੱਤਾ, ਬਲ ਦੀ ਭੱਠੀ 'ਚੋਂ ਰੱਖ ਦਿੱਤਾ ਤੇ ਜਿਹੜਾ ਜਨਮ ਜਮਾਤਰਾ ਦਾ ਰਿਸ਼ਤਾ ਟੁੱਟਿਆ ਹੋਇਆ ਸੀ ਉਹਨੇ ਕੱਢ ਦਿੱਤਾ। ਆਪ ਆਪਣੇ ਹੱਥਾਂ ਦੇ ਨਾਲ ਪੀਡੀ ਗੰਢ ਆ ਜਿਹੜੀ ਖੋਲ ਦਿੱਤੀ ਤੇ ਆਪਣੇ ਲਾਡਲੇ ਨੂੰ ਇਹ ਸਮਝਾ ਦਿੱਤਾ ਕਿ ਸੱਚ ਇਹੀ ਹੈ, ਬਾਕੀ ਸਾਰਾ ਕੁਝ ਝੂਠ ਹੈ। ਸਾਹਿਬ ਦਾ ਸਿਮਰਨ ਕਰਨਾ ਨਾਨਕ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਉਹਦੀ ਕਿਰਪਾ ਦੇ ਨਾਲ ਉਹਨੂੰ ਧਿਆਇਆ ਹੈ ਤੇ ਉਹਨੂੰ ਪਾਇਆ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।